ਭਗਵੰਤ ਮਾਨ ਜੀ ਦੀ ਬਦਲਣ ਦੀ ਗੱਲ ਦੀ ਵੀ ਬੜੀ ਚਰਚਾ ਚੱਲ ਰਹੀ ਆ ਔਰ ਆਪ ਦੇ ਵਿਧਾਇਕ ਅੰਦਰੋਂ ਹੀ ਇਹ ਗੱਲਾਂ ਕਰ ਰਹੇ ਆ। ਸੀਐਮ ਦੇ ਉਲਟ ਜਾ ਕੇ ਉਹਨਾਂ ਦੇ ਮੰਤਰੀ ਬਿਆਨ ਦੇ ਰਹੇ ਆ ਜਾਂ ਵੱਖਰੇ ਬਿਆਨ ਦੇ ਰਹੇ ਆ। ਇਹ ਤੋਂ ਸਪਸ਼ਟ ਹੀ ਜਾਪ ਰਿਹਾ ਕਿ ਆਲ ਇਜ਼ ਨਾਟ ਵੈਲ। ਅਗਨੀਪਥ ਦੇ ਉਲਟ ਵਿਧਾਨ ਸਭਾ 'ਚ ਆਪ ਦੀ ਸਰਕਾਰ ਚੀਫ ਮਿਨਿਸਟਰ ਸਾਹਿਬ ਆਪ ਮਤਾ ਲਿਆਉਂਦੇ ਨੇ ਔਰ ਮੁੜ ਕੇ ਡੀਸੀ ਨੂੰ ਹਦਾਇਤਾਂ ਕਰਦੇ ਨੇ ਕਿ ਜੇ ਅਗਨੀਪਥ ਦੀ ਭਰਤੀ ਵੇਲੇ ਕੋਈ ਕਮੀ ਪੇਸ਼ੀ ਰਹਿ ਗਈ ਤੇ ਕੋਈ ਡੀਸੀ ਬਖਸ਼ਿਆ ਨਹੀਂ ਜਾਊਗਾ। ਹਰਪਾਲ ਚੀਮਾ ਉਸ ਬਿਆਨ ਦਾ ਵਿਰੋਧ ਕਰਦੇ। ਇਹਨਾਂ ਦੇ ਤਾਂ ਹਰ ਸਾਹ 'ਚ ਅਰਵਿੰਦ ਕੇਜਰੀਵਾਲ ਇਹਨਾਂ ਦੇ ਨਾਲ ਹੁੰਦਾ ਤੇ ਉਹਨਾਂ ਦਾ ਪ੍ਰੋਗਰਾਮ ਹੋਵੇ ਉਹਦੇ 'ਚ ਇਹਨਾਂ ਦੇ ਮੁੱਖ ਮੰਤਰੀ ਪਹੁੰਚਣ ਨਾ ਤੇ ਇਹਦੇ ਬੜੇ ਸਿੱਧੇ ਸੰਕੇਤ ਆ ਕੋਈ ਚੱਕਰ ਤਾਂ ਹੈ। ਸ਼ਾਇਦ ਕੁਝ ਵੱਧ ਖਾਧੀ ਪੀਤੀ ਗਈ ਉਹਦੇ ਕਰਕੇ ਏਅਰਲਾਈਨ ਨੇ ਉਹਨਾਂ ਨੂੰ ਜਹਾਜ਼ ਤੋਂ ਲਾਤਾ ਔਰ ਇਹੀ ਕਾਰਨ ਹੋਇਆ ਕਿ ਜਹਾਜ਼ ਉਹ ਨਹੀਂ ਚੜ੍ਹ ਸਕੇ, ਉਹ ਲੇਟ ਹੋ ਗਏ। ਖਾਧੇ ਪੀਤੇ ਦਾ ਕੀ ਫਾਇਦਾ। ਬੜੇ ਦੁੱਖ ਦੀ ਗੱਲ ਆ ਕਿ ਜਰਮਨੀ ਦੇ ਫੇਰੇ ਨੇ ਪੰਜਾਬ ਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਹੀ ਸਾਹਮਣਾ ਕਰਾ। ਪਹਿਲਾਂ BMW ਦੀ ਗੱਲ ਕਰਤੀ, ਉਹਨਾਂ ਨੇ ਖਟਨਟ ਕਰਤਾ। ਗੱਲ ਤਾਂ ਫਿਰ ਇਹੀ ਨਿਕਲ ਕੇ ਆਈ ਕਿ ਭਗਵੰਤ ਮੋਟਰ ਵਰਕਸ ਤੱਕ ਹੀ ਕੰਮ ਸੀਮਿਤ ਰਹਿ ਗਿਆ। ਬਰਾਵੇਰੀਅਨ ਮੋਟਰ ਵਰਕਸ BMW ਨੇ ਪੰਜਾਬ 'ਚੋਂ ਨਿਵੇਸ਼ ਕਰਨ ਤੋਂ ਸਿੱਧੇ ਨਾ ਕਰ। ਕਿਸੇ ਮੁੱਖ ਮੰਤਰੀ ਲਈ ਇਹ ਤੋਂ ਵੱਡੀ ਨਮੋਸ਼ੀ ਕੀ ਹੋ ਸਕਦੀ। ਚੰਡੀਗੜ੍ਹ ਯੂਨੀਵਰਸਿਟੀ ਦੀ ਜੋ ਖਬਰਾਂ ਵਾਇਰਲ ਹੋਈਆਂ ਨੇ ਉਹ ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ, ਸਾਡੇ ਸਾਰਿਆਂ ਵਾਸਤੇ ਕੋਈ ਏਡੀ ਗੱਲ ਵਧੀਆ ਨਹੀਂ। ਉਹਦੀ ਸਹੀ ਜਾਂਚ ਹੋਣੀ ਚਾਹੀਦੀ। ਇਹ ਉਹ ਧਰਤੀ ਆ ਜਿੱਥੇ ਹਮੇਸ਼ਾ ਧੀਆਂ ਭੈਣਾਂ ਦੀ ਇੱਜ਼ਤ ਨੂੰ ਦੇ ਰਾਖੇ ਮੰਨੇ ਗਏ ਆ ਲੋਕ। ਇਸ ਲਈ ਜਦ ਕੋਈ ਬੱਚਾ ਜਾਂ ਬੱਚੀ ਬਾਹਰੋਂ ਪੜ੍ਹਨ ਆਉਂਦਾ ਤੇ ਉਹ ਆਪਦੇ ਆਪ ਨੂੰ ਅਨਸੇਫ ਮਹਿਸੂਸ ਕਰੇ ਜਾਂ ਅਸੁਰੱਖਿਅਤ ਮਹਿਸੂਸ ਕਰੇ, ਇਹ ਕੋਈ ਗੱਲ ਏਡੀ ਵਧੀਆ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੇਰੀ ਪੀਰੀ ਛੇਵੇਂ ਪਾਤਸ਼ਾਹ ਦੀ ਇਹ ਅਪਾਰ ਬਖਸ਼ਿਸ਼ ਵਾਲੀ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਨੂੰ ਜਿੱਥੇ ਨਤਮਸਤਕ ਹੋਣ ਵਾਸਤੇ ਆਏ ਆ। ਦਾਸ ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਇਆ। ਗੁਰੂ ਘਰ ਦਾ ਕੂਕਰ ਹੋਣ ਦੇ ਨਾਤੇ ਗੁਰੂ ਦੀ ਬਖਸ਼ਿਸ਼, ਗੁਰੂ ਤੋਂ ਖੈਰ, ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਦਾਸ ਇੱਥੇ ਆਇਆ। ਪਰਮਾਤਮਾ ਦੀ ਅਪਾਰ ਬਖਸ਼ਿਸ਼ ਸਦਾ ਹੀ ਗੁਰੂ ਸਾਹਿਬ ਕਰਦੇ ਆਏ ਆ, ਗਾਂਹ ਵੀ ਕਰਦੇ ਰਹਿਣ, ਸਮੱਤ ਬਖਸ਼ਦੇ ਰਹਿਣ। ਅਸੀਂ ਭੁੱਲਣਹਾਰ ਹਾਂ, ਸੱਚੇ ਪਾਤਸ਼ਾਹ ਬਖਸ਼ਣਹਾਰ ਆ ਔਰ ਬੜੀ ਅਪਾਰ ਬਖਸ਼ਿਸ਼। ਸੰਗਤਾਂ ਦੀ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਨੇ ਸੁਣੀਆਂ ਸੀ ਕਿ ਜਿਹੜੇ ਝੂਠੇ ਮੇਰੇ ਤੇ ਕੇਸ ਸਰਕਾਰਾਂ ਨੇ ਤਗੜੇ ਹੋ ਕੇ ਪਾਏ ਸੀ ਉਹ ਤੇ ਆਨਰੇਬਲ ਹਾਈ ਕੋਰਟ, ਮੈਂ ਸਮਝਦਾ ਹਾਈ ਕੋਰਟ 'ਚ ਵੀ ਭਾਵੇਂ ਆਨਰੇਬਲ ਜੱਜ ਸਾਹਿਬਾਨ ਨੇ, ਉਹਨਾਂ 'ਚ ਵੀ ਰੱਬ ਵੱਸਦਾ। ਪਰਮਾਤਮਾ ਦੀ ਅਪਾਰ ਬਖਸ਼ਿਸ਼ ਹੋਈ। ਇਸ ਲਈ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ, ਕੋਟਨ ਕੋਟ ਸ਼ੁਕਰਾਨਾ। ਭੁੱਲਾਂ ਬਖਸ਼ਾਉਣ ਦਾ ਮੇਰਾ ਮੁੱਖ ਮਕਸਦ ਸੀ। ਇਸ ਲਈ ਗੁਰੂ ਦੇ ਚਰਨ ਪਰਸ ਕੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ। ਜਿਹੜਾ ਕੱਲ ਆਮ ਆਦਮੀ ਪਾਰਟੀ ਨੇ ਆਪਣੇ MLA ਸਾਰੇ ਇਕੱਠੇ ਕੀਤੇ ਨੇ, ਮਾਨ ਸਾਹਿਬ ਇੱਥੇ ਨਹੀਂ ਨੇ, ਕੀ ਇਹਨਾਂ ਦੀ ਐਕਸਰਸਾਈਜ਼ ਲੱਗਦੀ ਹੈ ਤੁਹਾਨੂੰ ਜੀ? ਦੇਖੋ, ਆਲ ਇਜ਼ ਨਾਟ ਵੈਲ ਮੈਂ ਤਾਂ ਇਹ ਕਹਿ ਸਕਦਾ ਹਾਂ। ਭਗਵੰਤ ਮਾਨ ਜੀ ਦੀ ਬਦਲਣ ਦੀ ਗੱਲ ਦੀ ਵੀ ਬੜੀ ਚਰਚਾ ਚੱਲ ਰਹੀ ਆ ਔਰ ਆਪ ਦੇ ਵਿਧਾਇਕ ਅੰਦਰੋਂ ਹੀ ਇਹ ਗੱਲਾਂ ਕਰ ਰਹੇ ਆ। ਜਿਸ ਤਰੀਕੇ ਨਾਲ ਹਰ ਸਟੇਟਮੈਂਟ 'ਚ ਸੀਐਮ ਦੇ ਉਲਟ ਜਾ ਕੇ ਉਹਨਾਂ ਦੇ ਮੰਤਰੀ ਬਿਆਨ ਦੇ ਰਹੇ ਆ ਜਾਂ ਵੱਖਰੇ ਬਿਆਨ ਦੇ ਰਹੇ ਆ, ਇਹ ਤੋਂ ਸਪਸ਼ਟ ਹੀ ਜਾਪ ਰਿਹਾ ਕਿ ਆਲ ਇਜ਼ ਨਾਟ ਵੈਲ। ਆਲ ਪੰਜਾਬ
ਦੇ ਹਾਲਾਤ ਤਾਂ ਇਹ ਆ, ਆਲ ਇਜ਼ ਇਨ ਦਾ ਵੈਲ ਇਹ ਕਹਿ ਸਕਦੇ ਹਾਂ। ਔਰ ਚਾਹੇ ਉਹ ਅਗਨੀਪਥ ਸਕੀਮ ਸੀ, ਚਾਹੇ ਉਹ MLA ਦੀ ਖਰੀਦਾ ਫਰੋਖਤ ਦੇ ਚਰਚੇ ਸਨ, ਅੱਜ ਤੱਕ ਕੋਈ FIR ਸਾਹਮਣੇ ਨਹੀਂ ਆਈ, ਅੱਜ ਤੱਕ ਕੋਈ ਸਬੂਤ ਜਾਂ ਤੱਥ ਨਹੀਂ ਸਾਹਮਣੇ ਰੱਖੇ ਗਏ। ਅਗਨੀਪਥ ਦੇ ਉਲਟ ਵਿਧਾਨ ਸਭਾ 'ਚ ਆਪ ਦੀ ਸਰਕਾਰ, ਚੀਫ ਮਿਨਿਸਟਰ ਸਾਹਿਬ ਆਪ ਮਤਾ ਲਿਆਉਂਦੇ ਨੇ ਔਰ ਮੁੜ ਕੇ DC ਨੂੰ ਹਦਾਇਤਾਂ ਕਰਦੇ ਨੇ ਕਿ ਜੇ ਅਗਨੀਪਥ ਦੀ ਭਰਤੀ ਵੇਲੇ ਕੋਈ ਕਮੀ ਪੇਸ਼ੀ ਰਹਿ ਗਈ ਤੇ ਕੋਈ DC ਬਖਸ਼ਿਆ ਨਹੀਂ ਜਾਊਗਾ। ਹਰਪਾਲ ਚੀਮਾ ਉਸ ਬਿਆਨ ਦਾ ਵਿਰੋਧ ਕਰਦੇ ਆ। ਇਹ ਸਾਰੇ ਹਾਲਾਤ ਕੋਈ ਚੰਗੇ ਨਹੀਂ, ਇੱਕ ਸਾਫ਼ ਸੰਕੇਤ ਦੇ ਰਹੇ ਆ ਕਿ ਆਉਣ ਵਾਲੇ ਸਮੇਂ 'ਚ ਕੁਛ ਫੇਰ ਬਦਲ ਹੋ ਸਕਦਾ। ਸੋਸ਼ਲ ਮੀਡੀਆ ਚਰਚਾ ਭਗਵੰਤ ਮਾਨ ਨੂੰ ਕੱਲ ਫਲਾਈਟ 'ਚੋਂ ਉਤਾਰ ਦਿੱਤਾ ਗਿਆ ਸ਼ਰਾਬੀ ਹੋਣ ਕਰਕੇ, 4 ਘੰਟੇ ਫਲਾਈਟ ਲੇਟ। ਕੋਈ ਇਸ ਤਰ੍ਹਾਂ ਦੀ ਗੱਲ ਦੇਖੋ, ਮੈਂ ਵੀ ਸੋਸ਼ਲ ਮੀਡੀਆ ਰਾਹੀਂ ਵੀ ਜੋ ਦੇਖੀ ਆ, ਕੁਛ ਸੱਜਣ ਉੱਥੇ ਫਰੈਂਕਫਰਟ 에ਅਰਪੋਰਟ ਤੋਂ ਮੈਨੂੰ ਵੀ ਇਹ ਜੀ ਫੋਨ, ਕੁਝ ਸੱਜਣ ਸੀਗੇ ਜਿਹੜੇ ਜਹਾਜ਼ ਚੜ੍ਹ ਰਹੇ ਸੀ, ਉਹਨਾਂ ਦੀ ਇਹ ਖਬਰ ਆਈ ਆ। ਐਡਾ ਵੱਡਾ ਆਮ ਆਦਮੀ ਪਾਰਟੀ ਦਾ ਦਿਖਾਵੇ ਦਾ ਇਜਲਾਸ ਹੋਵੇ, ਡਰਾਮੇਬਾਜ਼ੀ ਦਾ ਇਜਲਾਸ ਹੋਵੇ, ਉਸ ਇਜਲਾਸ ਨੂੰ ਜਦੋਂ ਇਹਨਾਂ ਦੇ ਤਾਂ ਹਰ ਸਾਹ 'ਚ ਅਰਵਿੰਦ ਕੇਜਰੀਵਾਲ ਇਹਨਾਂ ਦੇ ਨਾਲ ਹੁੰਦਾ ਤੇ ਉਹਨਾਂ ਦਾ ਪ੍ਰੋਗਰਾਮ ਹੋਵੇ, ਉਹਦੇ 'ਚ ਇਹਨਾਂ ਦੇ ਮੁੱਖ ਮੰਤਰੀ ਪਹੁੰਚਣ ਨਾ, ਤੇ ਇਹਦੇ ਬੜੇ ਸਿੱਧੇ ਸੰਕੇਤ ਆ, ਕੋਈ ਚੱਕਰ ਤਾਂ ਹੈ। ਜੋ ਚੱਕਰ ਸੋਸ਼ਲ ਮੀਡੀਆ 'ਚ ਜਾਂ ਕੁਝ ਅਖਬਾਰ ਚੈਨਲਾਂ ਨੇ ਰਿਪੋਰਟ ਕੀਤੀ, ਉਹ ਇਹੀ ਗੱਲ ਕੀਤੀ ਆ ਕਿ ਜਹਾਜ਼ ਚੜ੍ਹਨ ਵੇਲੇ ਸ਼ਾਇਦ ਕੁਝ ਵੱਧ ਖਾਧੀ ਪੀਤੀ ਗਈ, ਉਹਦੇ ਕਰਕੇ 에ਅਰਲਾਈਨ ਨੇ ਉਹਨਾਂ ਨੂੰ ਜਹਾਜ਼ ਤੋਂ ਲਾਹਤਾ ਔਰ ਇਹੀ ਕਾਰਨ ਹੋਇਆ ਕਿ ਜਹਾਜ਼ ਉਹ ਨਹੀਂ ਚੜ੍ਹ ਸਕੇ, ਉਹ ਲੇਟ ਹੋ ਗਏ ਔਰ ਉਹ ਜਹਾਜ਼ 'ਤੇ ਵੀ ਸਮਾਨ ਉਹਨਾਂ ਦਾ ਉਤਾਰਨਾ ਪੈ ਗਿਆ, ਉਹਨਾਂ ਦੇ ਸਾਰੇ ਬੰਦਿਆਂ ਦਾ। ਜਹਾਜ਼ 2-4 ਘੰਟੇ ਲੇਟ ਵੀ ਹੋਇਆ ਔਰ ਇਸੇ ਕਾਰਨ ਕਰਕੇ ਉਹ ਪਹੁੰਚ ਨਹੀਂ ਸਕੇ। ਮੈਂ ਤਾਂ ਇਹੀ ਬੇਨਤੀ ਕਰ ਸਕਦਾ, ਪ੍ਰਮਾਤਮਾ ਸਮਤ ਬਖਸ਼ਣ। ਇਹ ਜੀ ਚੀਜ਼ ਦਾ ਖਾਧੇ ਪੀਤੇ ਦਾ ਕੀ ਫਾਇਦਾ। ਬੜੇ ਦੁੱਖ ਦੀ ਗੱਲ ਆ ਕਿ ਜਰਮਨੀ ਦੇ ਫੇਰੇ ਨੇ ਪੰਜਾਬ ਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਹੀ ਸਾਹਮਣਾ ਕਰਾਇਆ। ਪਹਿਲਾਂ BMW ਦੀ ਗੱਲ ਕਰਤੀ, ਉਹਨਾਂ ਨੇ ਖਟਨਟ ਕਰਤਾ। ਗੱਲ ਤਾਂ ਫਿਰ ਇਹੀ ਨਿਕਲ ਕੇ ਆਈ ਕਿ ਭਗਵੰਤ ਮੋਟਰ ਵਰਕਸ ਤੱਕ ਹੀ ਕੰਮ ਸੀਮਿਤ ਰਹਿ ਗਿਆ। ਬਰਾਵੇਰੀਅਨ ਮੋਟਰ ਵਰਕਸ BMW ਨੇ ਪੰਜਾਬ 'ਚੋਂ ਨਿਵੇਸ਼ ਕਰਨ ਤੋਂ ਸਿੱਧੇ ਨਾ ਕਰਤੀ। ਕਿਸੇ ਮੁੱਖ ਮੰਤਰੀ ਲਈ ਇਹ ਤੋਂ ਵੱਡੀ ਨਮੋਸ਼ੀ ਕੀ ਹੋ ਸਕਦੀ ਹੈ। ਫਿਰ 70 ਸਾਲ ਦਾ ਐਡਾ ਗੌਰਵਮਈ ਇਤਿਹਾਸ ਹੈ ਸਾਡੇ ਦੇਸ਼ ਦਾ, ਪੰਜਾਬ ਦਾ, ਉਹਦੇ ਮੁੱਖ ਮੰਤਰੀ ਦੀ ਇਹੀ ਜੀ ਚਰਚਾ ਚੱਲੇ ਕਿ ਉਹ ਜਹਾਜ਼ ਤੇ ਇਸ ਲਈ ਨਹੀਂ ਚੜ੍ਹ ਪਾ ਸਕੇ ਕਿਉਂਕਿ ਉਹਨਾਂ ਨੂੰ ਡੀਪਲੇਨ ਕਰਨਾ ਪੈਗਾ, ਉਹਨਾਂ ਨੂੰ ਵੱਧ ਖਾ ਪੀ ਲਈ। ਕੀ ਇਹ ਗੱਲਾਂ ਸ਼ੋਭਦੀਆਂ ਨੇ? ਕੀ ਇਹ ਜਰਮਨੀ ਦੀ ਫੇਰੀ ਆ? ਫਿਰ ਜਰਮਨੀ 'ਚ ਕਹਿੰਦੇ ਜਾ ਕੇ ਪੰਜਾਬ ਨੂੰ ਸ਼ੋਕੇਸ ਕਰਨਾ। ਪੰਜਾਬ ਦੀ ਵਿਧਾਨ ਸਭਾ ਦਾ ਤਾਂ ਰਿਕਾਰਡ ਕੱਢ ਲਓ, ਉੱਥੇ ਤਾਂ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਕੀਤਾ ਹੀ ਕੁਛ ਨਹੀਂ। ਜੇ ਪਿਛਲੀਆਂ ਨੇ ਕੀਤਾ ਕੁਛ ਨਹੀਂ ਤਾਂ ਤੁਸੀਂ ਕੀ ਸ਼ੋਕੇਸ ਕਰਨ ਗਏ ਸੀ? ਕੋਈ 6 ਮਹੀਨੇ ਜਦੋਂ ਤੁਸੀਂ ਲਾਅ ਐਂਡ ਆਰਡਰ ਦੇ ਹਾਲਾਤ ਬੱਤਰ ਕਰਨ ਦੀ ਥਾਂ ਨਾ, ਜੋ ਹਾਲਾਤ ਪੰਜਾਬ ਦੇ ਬਣੇ ਆ ਹਰ ਵਾਅਦੇ ਤੋਂ ਤੁਸੀਂ ਭੱਜੇ, ਹੋਰ ਤਾਂ ਕੁਝ ਹਾਲਾਤ ਬਣੇ ਨਹੀਂ। ਜਿਹੜੇ ਇਰੀਗੇਸ਼ਨ ਨੂੰ ਲੈ ਕੇ 2 ਸਾਬਕਾ ਵਜ਼ੀਰਾਂ ਨੂੰ ਸੂਕੋਸ ਨੋਟਿਸ ਆਏ ਨੇ, ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਢਿੱਲੋਂ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ, ਇਸ ਤਰ੍ਹਾਂ ਹੈ, ਜਿਹੜਾ ਵੀ ਇਹਨਾਂ ਦਾ ਘਰਾਓ ਕਰਦਾ ਨਾ ਜੀ, ਫਿਰ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਇਹੋ ਜਿਹੀ ਗੱਲ ਇਹ ਕੱਢਦੇ। ਜੀ ਸੱਦ ਕੇ ਕਿਸੇ ਨਾਲ ਧੱਕਾ ਕਰਨਾ ਹੈ ਕਰ ਲੈਣ। ਸੱਚ ਦੀ ਹਮੇਸ਼ਾ ਜਿੱਤ ਹੋਈ ਆ। ਝੂਠੇ ਕੋਈ ਪਰਚਾ ਦੇਣਾ ਚਾਹੂਗਾ, ਜੀ ਸੱਦ ਕੇ ਦੇ ਲੈਣ, ਸੱਚ ਸਾਹਮਣੇ ਆਊਗਾ। ਕਿਉਂਕਿ ਇਹ ਮੈਟਰ ਤਾਂ ਆਲਰੇਡੀ ਅੱਜ ਦਾ ਨਹੀਂ, ਪਿਛਲੇ 4-5 ਸਾਲਾਂ ਤੋਂ ਪਬਲਿਕ ਡੋਮੇਨ 'ਚ। ਇਸ ਲਈ ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਹਾਲੇ ਤਾਂ ਮੈਂ ਟਿੱਪਣੀ ਨਹੀਂ, ਪਹਿਲਾਂ ਤਾਂ ਜਿਨ੍ਹਾਂ 'ਤੇ ਹੋਇਆ ਉਹ ਟਿੱਪਣੀ ਕਰਨ, ਮਗਰ ਇਹ ਇੱਕ ਬਦਲਾਖੋਰੀ ਦਾ ਜ਼ਰੂਰ ਇਹਦੇ 'ਚ ਜਾਪਦਾ, ਹੋਰ ਕੁਝ ਨਹੀਂ ਬਣਿਆ। ਬੀਜੇਪੀ ਵਿੱਚ ਸ਼ਾਮਲ ਹੋ ਰਹੇ ਨੇ ਜੀ, ਕੀ ਲੱਗਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਪਊਗਾ? ਵਧਾਈ ਦੇ ਸਕਦਾ ਜੀ। ਬਹੁਤ ਸਾਰੇ MLA ਸਾਹਿਬ ਵੀ ਨਾਮ ਆ ਰਹੇ ਨੇ, ਜਾ ਰਹੇ ਨੇ, ਕੈਪਟਨ ਸਾਹਿਬ ਬਹੁਤ ਸਾਰੇ ਉਹਨਾਂ ਦੇ ਸਾਥੀ ਵੀ ਜਾ ਰਹੇ ਨੇ ਨਾਲ ਬੀਜੇਪੀ 'ਚ। ਆ ਜਾਣ ਚਲੇ ਜਾਣ, ਜਦੋਂ ਇਲੈਕਸ਼ਨ ਲੜੇ ਸੀ ਉਦੋਂ ਤਾਂ ਬਾਹਲੇ ਚਿਹਰੇ ਦਿਖੇ ਨਹੀਂ। ਜੇ ਅੱਜ ਚੱਲੇ ਆ ਤੇ ਉਹਨਾਂ ਨੂੰ ਵਧਾਈ ਆ ਭਰਾ, ਜੋ ਕੋਈ ਕਿੱਥੇ ਜਾਵੇ ਉਹਨੂੰ ਵਧਾਈ ਦੇਣੀ ਬਣਦੀ ਆ। ਦੁਆਰਾ ਪ੍ਰਧਾਨ ਬਣਨ ਦੇ ਚਰਚੇ ਆ ਜੀ ਕਾਂਗਰਸ ਦੇ।
ਹਾਂਜੀ, ਰਾਹੁਲ ਗਾਂਧੀ ਦੁਆਰਾ ਪ੍ਰਧਾਨ ਬਣਨ ਦੀ ਚਰਚਾ ਚੱਲ ਰਹੀ ਹੈ। ਉਹ ਤੋਂ ਵੱਡੀ ਵਧਾਈ ਹੈ ਕਾਂਗਰਸ ਨੂੰ, ਹੋਰ ਕਿਸ ਚੀਜ਼ ਦੀ ਲੋੜ ਆ। ਜੇ ਇਹ ਸੁਪਨਾ ਵੀ ਪੂਰਾ ਹੋ ਜੇ ਤੇ ਹੋਰ ਕਰੇ ਕੋਈ ਕਸਰ ਤਾਂ ਜਾਣੀ ਨਹੀਂ। ਜਿਹੜਾ ਪੰਜਾਬ ਦਾ ਇੱਕ ਬੜਾ ਸੀਰੀਅਸ ਮੈਟਰ ਹੈ ਚੰਡੀਗੜ੍ਹ ਯੂਨੀਵਰਸਿਟੀ ਦਾ, ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜਾ ਯੂਨੀਵਰਸਿਟੀ 'ਚ ਆਇਆ ਜੀ? ਦੇਖੋ, ਜੋ ਕੁਝ ਚੰਡੀਗੜ੍ਹ ਯੂਨੀਵਰਸਿਟੀ ਦੀ ਜੋ ਖਬਰਾਂ ਵਾਇਰਲ ਹੋਈਆਂ ਨੇ, ਉਹ ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ, ਸਾਡੇ ਸਾਰਿਆਂ ਵਾਸਤੇ ਕੋਈ ਏਡੀ ਗੱਲ ਵਧੀਆ ਨਹੀਂ। ਉਹਦੀ ਸਹੀ ਜਾਂਚ ਹੋਣੀ ਚਾਹੀਦੀ। ਧੀਆਂ ਭੈਣਾਂ ਦੀ ਇੱਜ਼ਤਾਂ, ਇਹ ਉਹ ਧਰਤੀ ਹੈ ਜਿੱਥੇ ਹਮੇਸ਼ਾ ਧੀਆਂ ਭੈਣਾਂ ਦੀ ਇੱਜ਼ਤ ਨੂੰ ਦੇ ਰਾਖੇ ਮੰਨੇ ਗਏ ਆ ਲੋਕ। ਇਸ ਲਈ ਜਦ ਕੋਈ ਬੱਚਾ ਜਾਂ ਬੱਚੀ ਬਾਹਰੋਂ ਪੜ੍ਹਨ ਆਉਂਦਾ ਹੈ ਤੇ ਉਹ ਆਪਦੇ ਆਪ ਨੂੰ ਅਨਸੇਫ ਮਹਿਸੂਸ ਕਰੇ ਜਾਂ ਅਸੁਰੱਖਿਅਤ ਮਹਿਸੂਸ ਕਰੇ, ਇਹ ਕੋਈ ਗੱਲ ਏਡੀ ਵਧੀਆ ਨਹੀਂ ਆ। ਇਸ ਲਈ ਉਹਦੀ ਪ੍ਰੋਪਰ ਜਾਂਚ ਹੋਵੇ। ਜਾਂਚ ਤੋਂ ਮੈਨੂੰ ਇਹ ਵੀ ਪੂਰਾ ਵਿਸ਼ਵਾਸ ਹੈ। ਦੇਖੋ, ਮੈਂ ਸਤਨਾਮ ਸਿੰਘ ਸੰਧੂ ਸਾਹਿਬ ਨੂੰ, ਧਾਲੀਵਾਲ ਸਾਹਿਬ ਨੂੰ ਮੈਂ ਬੜੇ ਲੰਮੇ ਅਰਸੇ ਤੋਂ ਉਹਨਾਂ ਨੂੰ ਵੇਖ ਰਿਹਾ। ਉਹ ਵੈਲ ਮੀਨਿੰਗ ਲੋਕ ਨੇ, ਜਿਹੜੇ ਉਸ ਇੰਸਟੀਟਿਊਸ਼ਨ ਅਦਾਰੇ ਨੂੰ ਚਲਾਉਂਦੇ ਨੇ। ਬੜੇ ਛੋਟੇ ਪੱਧਰ ਤੋਂ ਉੱਠ ਕੇ ਬਹੁਤ ਬੁਲੰਦੀਆਂ ਤੱਕੋਂ ਪਹੁੰਚੇ ਨੇ। ਮੈਂ ਤਾਂ ਇਹ ਉਹਨਾਂ ਤੋਂ ਵੀ ਆਸ ਰੱਖਦਾ ਹਾਂ ਕਿ ਐਨ ਪਾਰਦਰਸ਼ੀ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਭਾਵੇਂ ਜਿੰਨੀ ਮਰਜ਼ੀ ਗੜਬੜ ਕਰਨ ਦੀ ਚਾਹਵੇ, ਉਹ ਸਟੂਡੈਂਟਸ ਦਾ ਸਾਥ ਦੇ ਕੇ ਸੱਚ ਨੂੰ ਸਾਹਮਣੇ ਲਿਆਉਣਗੇ ਤੇ ਜਿਹੜੇ ਗਿਲਟੀ ਆ ਉਹਨਾਂ ਦੇ ਖਿਲਾਫ ਐਕਸ਼ਨ ਬਣੂਗਾ। ਪੰਜਾਬ ਅੰਦਰ ਨਸ਼ੇ ਜਿਹੜਾ ਮੁੱਦਾ ਨਸ਼ੇ ਦੀ ਗੱਲ ਬਣਿਆ ਸੀ, ਡਰੱਗ ਨਸ਼ਾ, ਪਰ ਅੱਜ ਕੱਲ ਨਸ਼ਾ ਪੰਜਾਬ ਦੇ ਗਵਰਨਰ ਕਹਿ ਰਹੇ ਕਿ ਸਕੂਲਾਂ ਤੱਕ ਪਹੁੰਚ ਗਿਆ, ਕੁੜੀਆਂ ਤੱਕ। ਪੁਲਿਸ ਵਾਲੇ ਵਿੱਚ ਉਹਨਾਂ ਨੇ ਕਿਹਾ ਇਨਵੋਲਵ। ਦੇਖੋ, ਇੱਕ ਗੱਲ ਬੜੀ ਸਪਸ਼ਟ ਹੈ ਕਿ ਪਿਛਲੀ ਸਰਕਾਰਾਂ ਨੇ, ਕਾਂਗਰਸ ਹੋ ਗਈ ਚਾਹੇ ਹੁਣ ਮੌਜੂਦਾ ਸਰਕਾਰ ਬਣੀ ਹੈ, ਇਹਦੇ ਤੇ ਸਿਵਾਏ ਪੋਲਿਟਿਕਸ ਤੋਂ, ਸਿਵਾਏ ਡਰੱਗਸ ਦੇ ਮੁੱਦੇ ਤੇ ਕੁਝ ਨਹੀਂ ਕੀਤਾ। ਅਸਲੀ ਹਾਲਾਤ, ਜ਼ਮੀਨੀ ਹਾਲਾਤ ਤੁਹਾਡੇ ਸਾਹਮਣੇ, ਤੁਸੀਂ ਰੋਜ਼ ਉਹਦੀ ਰਿਪੋਰਟਿੰਗ ਕਰਦੇ ਹੋ। ਔਰ ਗਵਰਨਰ ਸਾਹਿਬ ਦਾ ਇਹਦੇ ਤੇ ਟਿੱਪਣੀ ਦੇਣਾ, ਇਹ ਸਾਰੀ ਟਾਸਕ ਫੋਰਸ ਨੂੰ ਇੱਕ ਅਫਸਰ ਹੈੱਡ ਕਰਦੇ ਆ। ਉਹ ਟਾਸਕ ਫੋਰਸ ਬਣੀ, ਉਹਦਾ ਫੇਲੀਅਰ ਵੀ ਸਾਹਮਣੇ ਦਰਸਾਉਂਦਾ। ਦੇਖੋ, ਮੈਂ ਆਪਦੇ ਉਸ ਰਿਸ਼ਤੇਦਾਰ ਬਾਰੇ ਕੋਈ ਟਿੱਪਣੀ ਨਹੀਂ ਕਰਨੀ, ਮਗਰ ਉਹਦੀ ਕਾਰਗੁਜ਼ਾਰੀ ਤੇ ਸਿੱਧੇ ਸਵਾਲ ਹੋਰ ਕੋਈ ਨਹੀਂ, ਆਨਰੇਬਲ ਗਵਰਨਰ ਸਾਹਿਬ ਉਠਾ ਰਹੇ ਆ, ਪੰਜਾਬ ਦੇ ਲੋਕ ਉਠਾ ਰਹੇ। ਇਸ ਲਈ ਇਹ ਬਹੁਤ ਵੱਡੀ ਫੇਲੀਅਰ ਔਰ ਦੁੱਖ ਦਾ ਗੱਲ ਹੈ ਕਿ ਇਹਦੇ ਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਸੱਚਾਈ, ਲੋਕਾਂ ਨੂੰ ਰੀਹੈਬਿਲਿਟ ਕਰਨਾ, ਇਹ ਜਿਹੜੇ ਕ੍ਰਾਸ ਬਾਰਡਰ ਜਾਂ ਹੋਰ ਥਾਵਾਂ ਤੋਂ ਇਹ ਕੰਮ ਚੱਲ ਰਿਹਾ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਖਿਲਾਫ ਐਕਸ਼ਨ ਬਣਨਾ, ਇਹ ਗੱਲਾਂ ਚਾਹੀਦੀਆਂ ਸੀ। ਮਗਰ ਅਫਸੋਸ, ਦੇਖੋ, ਦੋਵੇਂ ਚੀਜ਼ਾਂ ਦਾ ਗਵਰਨਰ ਸਾਹਿਬ ਨੇ ਤਾਂ ਮੌਜੂਦਾ ਸਰਕਾਰ ਦੀ ਆਰਮੀ ਨੇ ਸਭ ਤੋਂ ਪਹਿਲਾਂ ਪੋਲ ਖੋਲੀ ਕਿ ਬਾਰਡਰ ਇਲਾਕੇ ਤੇ ਜੇ ਇਸ ਤਰੀਕੇ ਨਾਲ ਇਲੀਗਲ ਮਾਈਨਿੰਗ ਚੱਲ ਰਹੀ ਆ, ਉਹਨਾਂ ਦੇ ਬੰਕਰਸ ਨੂੰ ਖਤਰਾ ਔਰ ਇੱਕ ਰਸਤਾ ਬਣਾਇਆ ਜਾ ਰਿਹਾ ਇਲੀਗਲ ਮਾਈਨਰਸ ਵੱਲੋਂ ਕਿ ਜਿਹਦੇ ਨਾਲ ਪੰਜਾਬ ਦੇ ਅੰਦਰ ਘੁਸਪੈਠ ਸਿੱਧੀ ਹੋ ਸਕੇ। ਸੋ ਇਹਦੇ 'ਚ ਸਿੱਧਾ ਤੇ ਸਿੱਧਾ ਫੇਲੀਅਰ ਸਰਕਾਰ ਦਾ। ਔਰ ਡਰੱਗਸ ਦੇ ਮਾਮਲੇ ਤੇ ਮੈਂ ਤੁਹਾਨੂੰ ਸਪਸ਼ਟ ਹੀ ਕਰਤਾ, ਜਿਹੜੇ STF ਬਣੇ ਹੈੱਡ, ਜਿਨ੍ਹਾਂ ਨੇ 2 ਸਰਕਾਰਾਂ ਦਾ ਨਿੱਘ ਹੰਢਾ ਲਿਆ, ਇਹ ਸਵਾਲ ਉਹਨਾਂ ਦੀ ਕਾਰਗੁਜ਼ਾਰੀ ਤੇ ਸਿੱਧੇ ਹੀ ਪੈਦਾ ਹੋ ਗਏ। ਔਰ ਕੌਣ ਰਿਹਾ? ਲੋਕ ਵੀ ਕਰ ਰਹੇ, ਗਵਰਨਰ ਵੀ ਕਰ ਰਹੇ, ਫੇਲੀਅਰ ਉਹਨਾਂ ਦੀ ਹੈ। ਜਿਹੜਾ ਸਾਹਿਬ ਇੱਕ ਪੋਲੀਟੀਕਲ ਲਾਸਟ ਸਵਾਲ ਹੈ ਕਿ ਸਿੱਧੂ ਮੂਸੇਵਾਲਾ ਸਾਹਿਬ ਜਿਹੜਾ ਮਰਡਰ ਹੈ, ਉਹ 'ਚ ਕੋਈ ਹੁਣ ਕਹਿ ਰਿਹਾ ਜੀ ਪੋਲੀਟੀਕਲ ਕੋਈ ਆਗੂ ਦੀ ਗ੍ਰਿਫਤਾਰੀ ਆ, ਹਥਿਆਰਾਂ ਦੇ ਵੈਪਨ। ਦੇਖੋ, ਮੈਂ ਕੋਈ ਹੇਅਰ ਸੇ ਤੇ ਮੈਂ ਟਿੱਪਣੀ ਨਹੀਂ ਕਰ ਸਕਦਾ। ਕੀ ਤੱਥ ਸਾਹਮਣੇ ਆਉਣਗੇ, ਕੀ ਗੱਲ ਹੈ, ਉਦੋਂ ਹੀ ਕਿਹਾ ਜਾ ਸਕਦਾ ਹੈ। ਇਸ ਲਈ ਇਹ ਸਵਾਲ ਉਦੋਂ ਕਰੋ ਜਦ ਕੋਈ ਗੱਲ ਆਊਗੀ। ਐਵੇਂ ਇੱਥੇ ਥੈਂਕ ਯੂ।